नमस्कार दोस्तों, आरबी लाइव मीडिया में आपका स्वागत है। अपडेट फाजिल्का से आ रही है। फाजिल्का में किसानों का धरना लगातार जारी है। छठे दिन भी किसान रेलवे ट्रैक पर डटे रहे। अपनी मांगों के समर्थन में किसानों द्वारा यह धरना दिया जा रहा है। इनका कहना है कि केंद्र सरकार ने जो कृषि शोध कानून पास किया है उसे रद्द किया जाए। किसानों की समस्याएं इससे बढ़ जाएंगी, किसान बर्बाद हो जाएंगे। किसानों द्वारा अपनी इस मांग के समर्थन में लगातार धरना दिया जा रहा है। इस धरने में महिलाएं भी पहुंच रही हैं, जिनके द्वारा किसानों का साथ दिया जा रहा है। आज यहां पर भारतीय किसान यूनियन लखोवाल के प्रदेश जनरल सकत्तर हरिंदर सिंह लखोवाल पहुंचे, जिनके द्वारा किसानों को संबोधित किया गया। उन्होंने पत्रकारों से बातचीत करते हुए बताया कि केंद्र सरकार के बनाए गए इस कानून के विरोध में सुप्रीम कोर्ट में दायर की गई रिट को किसान जत्थेबंदियों के सलाह से वापस ले लिया गया है। उन्होंने कहा कि इस कानून को रद्द करवाने के लिए दोबारा सभी जत्थेबंदियों से सलाह मशवरा करके रिट पिटीशन दायर की जाएगी। आपको लाइव कवरेज दिखा रहा हूं, बने रहे हमारे साथ, देखते रहे हमारा चैनल। देवेंद्र कुमार, किसान यूनियन एकता सिद्धूपुर का जिला प्रेस करता। किस तरह का यहाँ पर माहौल है? आज 6वें दिन में जो धरना है वो प्रवेश कर गया है, क्या कहेंगे इस धरने को लेके? धरने को लेकर यही है, जैसे जैसे ये धरना का टाइम बीतता जा रहा है वैसे वैसे किसानों में जोश और आ रहा है जी। शायद सरकार ये सोचे भी ये घबराएंगे, जैसे ये टाइम बिता के ये अपना काम निकालना चाहते हैं। उससे ये है भी हमसे हर रोज़ एक गांव में से लोग 10 या 20 लोग रोज नए जुड़ रहे हैं जी। ग्रामीण क्षेत्रों में देखा गया है कि जो छोटे किसान हैं, जो कम पढ़े लिखे हैं, उनको इस ऑर्डिनेंस, इस कानून के बारे में कुछ ज़्यादा नॉलेज नहीं है। तो उनमें जागरूकता लाने के लिए किस तरह से किसान यूनियन द्वारा प्रयास किए जा रहे हैं? हमारी जो स्पीचें होती है, जो हमारी प्रेस मदद कर रही है, बाकी हम जो इनको कानून की कॉपी करवा के जो पंजाबी में है उसकी कॉपी करवा के वो बांट रहे हैं हम सभी किसानों को जी। और बाकी हम उन्हें बताते भी हैं जी। 1 घंटा रोज हर गांव में लगाते हैं। हाँ जी, ਸੁਮਿਤਰਾ, हाँ जी। ਕਿਹੜੇ ਜਥੇਬੰਦੀ ਤੋਂ ਆਏ ਤੁਸੀਂ? ਅਸੀਂ ਪੰਜਾਬ ਇਸਤਰੀ ਸਭਾ। ਕਿਵੇਂ ਪਹੁੰਚੇ ਹੋ ਅੱਜ ਇੱਥੇ? ਅਸੀਂ ਕਿਹੜਾ ਲਗਾਤਾਰ 1 ਤਰੀਕ ਤੋਂ ਕਿਸਾਨ ਬੈਠੇ ਸਾਡੇ ਧਰਨੇ ਤੇ ਜੀ। ਉਹਨਾਂ ਦੀਆਂ ਮਿਹਨਤ ਵਾਸਤੇ ਰੋਜ਼ ਹੀ ਆਉਂਦੀਆਂ। ਤੁਹਾਨੂੰ ਪਤਾ ਜੀ ਕਾਨੂੰਨ ਬਾਰੇ? ਜਿਹੜਾ ਕਾਨੂੰਨ ਪਾਸ ਹੋਇਆ ਹੈ ਉਹਦਾ ਹਾਂਜੀ। ਕੀ, ਉਹਦੇ ਚ ਕੀ ਗਲਤ ਹੈ ਜੀ? 3 ਕਾਨੂੰਨ ਨੇ ਉਹ ਕਿਸਾਨ ਵਾਸਤੇ। ਇੱਕ ਮਾਰੂ ਨੀਤੀ ਵਾਲੇ ਨੇ ਕਿਹੜਾ ਕਿਸਾਨ ਬਿਲਕੁਲ ਉਹਦੇ ਵਿੱਚ ਤਬਾਹ ਹੋ ਜਾਵੇ ਤਾਂ ਕਿਸਾਨ ਦੇ ਪੱਲੇ ਕੱਖ ਨਹੀਂ ਰਹੇਗਾ। ਬਾਹਰ ਦੀਆਂ ਕੰਪਨੀਆਂ ਆ ਰਹੀਆਂ ਨੇ, ਬਾਹਰ ਦੀਆਂ ਕੰਪਨੀਆਂ ਨੇ ਸਾਡੇ ਖੇਤਾਂ ਵਿੱਚ ਅੱਜ ਆਪਣੀ ਮਨਮਰਜ਼ੀ ਨਾਲ ਉਹ ਜੋ ਵੀ ਕਰਨ, ਕਿਸਾਨ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕੇਗਾ। ਕਿਉਂਕਿ ਕਿਹੜੀਆਂ ਕੰਪਨੀਆਂ ਵਾਲੇ ਨੇ ਉਹਨਾਂ ਨੇ 15 ਸਾਲ ਵਾਲਾ ਕਿਹੜਾ ਉਹ ਕਿਵੇਂ ਆਪਾਂ ਸਟਾਮ ਦਿੰਦੇ ਆ, ਅਸੀਂ ਪੰਜਾਬੀ ਵਿੱਚ ਉਹਨੂੰ ਸਟਾਮ, ਪਰ ਇਹਨਾਂ ਨੇ ਕਿਹੜੇ ਉਹ ਕਾਨੂੰਨਾਂ ਵਿੱਚ ਲਿਖ ਦਿੱਤਾ ਆਈ ਡੀਨੈਸ ਵਾਲਾ ਕਿਹੜੇ ਕਾਨੂੰਨ ਬਣਾ ਦਿੱਤੇ ਨੇ ਤੇ ਅਸੀਂ ਉਹਨੂੰ ਸਟਾਮ ਕਹਿੰਦੇ ਆ। ਕਿਵੇਂ ਸਾਡੀਆਂ ਭੈਣਾਂ ਜੇ ਸਾਨੂੰ ਨਹੀਂ ਸਮਝੇ, ਸਾਡੇ ਵੱਡ ਵਡੇਰੇ ਕਹਿੰਦੇ ਹੁੰਦੇ ਸੀ ਜਦੋਂ ਸਾਡੇ ਕੋਲ ਲਿਖਤੀ ਕੋਈ ਪੱਕਾ ਪ੍ਰੂਫ ਲੈ ਲੈਂਦੇ ਨੇ ਤੇ ਉਹਨਾਂ ਕਿਦੋਂ ਕਿਸਾਨ ਇਹ ਪ੍ਰੂਫ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਕਿਸਾਨ ਦੇ ਪੱਲੇ ਕੁਝ ਨਹੀਂ ਹੁੰਦਾ। ਇਸ ਤਰ੍ਹਾਂ ਇਹਨਾਂ ਨੇ ਇੱਕ ਉਹ ਕਿਸਾਨਾਂ ਕੋਲੋਂ ਕਿਹੜੀ ਉਹਦੀ ਜਾਇਦਾਦ, ਉਹਦੀ ਜ਼ਮੀਨ ਇਸ ਤਰ੍ਹਾਂ ਮਠੋਰ ਲੈਣੀ ਤੇ ਸਾਡੇ ਕਿਹੜੇ ਅਸੀਂ ਘਰਾਂ ਦੇ ਘਰ ਬੇਰੁਜ਼ਗਾਰ ਹੋ ਜਾਣੇ ਨੇ। ਇਸ ਕਰਕੇ ਅਸੀਂ ਕਿਹੜਾ ਕਿਸਾਨਾਂ ਨੂੰ ਕਦੇ ਵੀ ਨਹੀਂ ਅਸੀਂ ਇਸ ਤਰ੍ਹਾਂ ਮਹਿਸੂਸ ਕਰਨ ਦੇਵਾਂਗੇ ਕਿ ਉਹ ਕਿਸਾਨ ਕਿਹੜੇ ਨੇ ਸਾਡੇ ਵੀਰ, ਸਾਡੇ ਭਰਾ, ਬਾਪ ਨੇ, ਇੱਥੇ ਪਰਿਵਾਰਾਂ ਦੇ ਪਰਿਵਾਰ ਬੈਠੇ ਨੇ ਵੀ ਉਹ ਇਕੱਲੇ ਨੇ। ਅਸੀਂ ਧੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਨਾਲ ਹੀ ਹਾਂ ਤੇ ਨਾਲ ਹੀ ਰਵਾਂਗੀਆਂ।
ਹਾਂਜੀ, ਮੇਰਾ ਨਾਮ ਰਾਣਾ ਬਮਰਾ ਫਾਜ਼ਿਲਕਾ ਤੋਂ। ਤੇ ਅਸੀਂ ਜੋ ਅੱਜ ਕਿਸਾਨ ਯੂਨੀਅਨ ਦਾ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਜੀ। ਅਸੀਂ ਉਸ ਦੇ ਨਾਲ ਇਸ ਸੰਘਰਸ਼ ਦੇ ਵਿੱਚ ਆਪਦੀ ਖੁਦ ਦੀ ਜ਼ਿੰਮੇਵਾਰੀ, ਕਿਉਂਕਿ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿਸੇ ਇੱਕ ਜਣੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਜੁੜੀਏ, ਕਿਉਂਕਿ ਇਹ ਇਕੱਲਾ ਕਿਸਾਨੀ ਸੰਘਰਸ਼ ਨਹੀਂ, ਕਿਉਂਕਿ ਜਿਹਨੂੰ ਇੱਕ ਕਿਸਾਨੀ ਸੰਘਰਸ਼ ਦਾ ਰੂਪ ਦੇ ਦਿੱਤਾ ਗਿਆ ਕਿ ਕਿਸਾਨੀ ਸੰਘਰਸ਼ ਹੈ, ਪਰ ਇਹ ਹਰ ਇੱਕ ਬੰਦੇ ਦਾ ਸੰਘਰਸ਼ ਹੈ ਜੋ ਵੀ ਇਸ ਪੰਜਾਬ ਦੇ ਵਿੱਚ ਰਹਿੰਦਾ, ਜੋ ਵੀ ਇਸ ਇੰਡੀਆ ਦੀ ਧਰਤੀ ਦੇ ਉੱਤੇ ਰਹਿੰਦਾ, ਹਿੰਦੁਸਤਾਨ ਦੇ ਵਿੱਚ ਰਹਿੰਦਾ, ਹਰ ਇੱਕ ਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦਾ ਇਸ ਦੇ ਵਿੱਚ ਆ ਕੇ ਪੂਰਾ ਯੋਗਦਾਨ ਪਾਵੇ। ਕਿਉਂਕਿ ਜੋ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਲੈ ਕੇ ਆਂਦੇ ਨੇ 3, ਇਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਮੈਂ ਜ਼ਿਕਰ ਨਹੀਂ ਕਰਦਾ ਹੁਣ ਲੰਮਾ ਵੀ ਇਸ ਆਰਡੀਨੈਂਸ ਦੇ ਬਾਰੇ। ਇਹ ਜਿਹੜਾ ਤੁਹਾਨੂੰ ਆਰਡੀਨੈਂਸ ਤੁਹਾਡੇ ਸਾਹਮਣੇ ਰੱਖੇ ਨੇ, ਇਹ ਇਕੱਲੇ ਕਿਸਾਨ ਮਾਰੂ ਨੀਤੀਆਂ ਨਹੀਂ ਗੀਆਂ, ਕਿਉਂਕਿ ਇਹ ਤੁਹਾਡੇ ਜੋ ਇਹ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਉਹ ਆਮ ਜਨਤਾ ਦੇ ਉੱਤੇ ਪਾਉਣਗੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਤੁਹਾਨੂੰ ਇੱਕ ਸਬਜ਼ ਬਾਗ ਵਿਖਾਇਆ ਗਿਆ ਜੋ ਕਿ ਤੁਹਾਨੂੰ ਕੁਝ ਸਮੇਂ ਲਈ ਕਿਸਾਨਾਂ ਨੂੰ ਇੰਜ ਲੱਗੇਗਾ ਕਿ 2 ਸਾਲ ਹੀ ਇਸ ਤਰ੍ਹਾਂ ਲੱਗੇਗਾ ਕਿ ਸਾਡੀਆਂ ਫਸਲਾਂ ਬਹੁਤ ਹੀ ਵੱਧ ਰੇਟਾਂ ਦੇ ਉੱਤੇ ਵਿਕ ਰਹੀਆਂ ਨੇ ਤੇ ਅਸੀਂ ਬਹੁਤ ਜ਼ਿਆਦਾ ਅਮੀਰ ਬਣਦੇ ਜਾ ਰਹੇ ਹਾਂ। ਫਿਰ ਇਹ ਇੱਕਦਮ ਇਹ ਅੰਗਰੇਜ਼ਾਂ ਵਾਲੀ ਨੀਤੀ ਆ, ਮੈਂ ਸਿੱਧੀ ਤਰ੍ਹਾਂ ਜੇ ਪੰਜਾਬੀ ਭਾਸ਼ਾ ਦੇ ਵਿੱਚ ਕਵਾਂ ਤਾਂ ਇੱਕ ਅੰਗਰੇਜ਼ਾਂ ਵਾਲੀ ਨੀਤੀ ਆ। ਅੰਗਰੇਜ਼ ਵੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ, ਕਿਉਂਕਿ ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਅੱਜ ਮੋਦੀ ਸਰਕਾਰ ਕਰ ਰਹੀ ਆ ਇਹ ਖਾਸ ਤੌਰ ਤੇ ਇਹ ਤਾਨਾਸ਼ਾਹ ਦੇ ਰੂਪ ਦੇ ਵਿੱਚ ਕਰ ਰਹੀ ਆ, ਕਿਉਂਕਿ ਇੰਨੇ ਵੱਡੇ ਉਹਨਾਂ ਕੋਲ ਬਹੁਮਤ ਹੈਗਾ। ਆਪਦਾ ਬਹੁਮਤ ਹੋਣ ਦਾ ਕਾਰਨ ਇਹੀ ਰਿਹਾ ਕਿ ਉਹਨਾਂ ਨੇ ਆਪਦਾ ਤਾਨਾਸ਼ਾਹ ਰੂਪ ਅਪਣਾ ਲਿਆ, ਕਿਉਂਕਿ ਜੇ ਉਹ ਤਾਨਾਸ਼ਾਹ ਰੂਪ ਅਪਣਾਇਆ ਤਾਂ ਹੀ ਇੰਨੇ ਵੱਡੇ ਵਿਦਰੋਹ ਦੇ ਬਾਵਜੂਦ ਜਿਹੜਾ ਬਿੱਲ ਹੈ ਉਹ ਪਾਸ ਕਰ ਦਿੱਤਾ ਗਿਆ, ਅੱਗੇ ਪਾਸ ਕੀਤਾ ਗਿਆ ਉਹ ਬਿੱਲ ਹੈ। ਪਰ ਉਹ ਜਦੋਂ ਜਿਹੜਾ ਬਿੱਲ ਕਿਸਾਨਾਂ ਲਈ ਬਣਾਇਆ ਗਿਆ, ਜਿਹੜਾ ਕਿਸਾਨਾਂ ਨੂੰ ਨਹੀਂ ਪਸੰਦ ਬਿੱਲ, ਉਹ ਫਿਰ ਵੀ ਇਹਨਾਂ ਨੇ ਪਾਸ ਕੀਤਾ। ਇਸ ਤੋਂ ਵੱਡਾ ਕਾਣ ਕੀ ਹੋਏਗਾ ਇੰਡੀਆ ਦੇ ਵਿੱਚ? ਕਿੱਥੇ ਜਾ ਕੇ ਅਸੀਂ ਕਹਾਂਗੇ ਕਿ ਸਾਡੇ ਲਈ ਲਿਬਰਟੀ ਹੈ, ਸਾਡੇ ਲਈ ਆਜ਼ਾਦੀ ਹੈ? ਪਰ ਇਹ ਸਾਡੀ ਆਜ਼ਾਦੀ ਨੂੰ ਖੋਹਣਾ ਚਾਹੁੰਦੇ ਨੇ, ਖਾਸ ਰੂਪ ਦੇ ਵਿੱਚ ਖੋਹਣਾ ਚਾਹੁੰਦੇ ਨੇ। ਇਹ ਆਮ ਲੋਕਾਂ ਨੂੰ, ਆਮ ਜਨਤਾ ਨੂੰ ਆਪਦੇ ਗੁਲਾਮ ਬਣਾਉਣਾ ਚਾਹੁੰਦੇ ਨੇ, ਫਿਰ ਅੰਗਰੇਜ਼ਾਂ ਵਾਲੀ ਨੀਤੀ ਅਪਣਾਉਣਾ ਚਾਹੁੰਦੇ ਨੇ। ਪਰ ਮੈਂ ਕੁਝ ਰੂਪ ਦੇ ਵਿੱਚ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਕਿ ਹੁਣ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਮੰਡੀਆਂ ਦੇ ਵਿੱਚ, ਪਰ ਤੁਹਾਨੂੰ ਇੱਥੇ ਵੀ ਬੜੇ ਜ਼ਿਆਦਾ ਲਾਲਚ ਦਿੱਤੇ ਜਾਣਗੇ, ਬਹੁਤ ਵੱਡੇ ਰੂਪ ਦੇ ਵਿੱਚ ਲਾਲਚ ਦਿੱਤੇ ਜਾਣਗੇ। ਪ੍ਰਾਈਵੇਟ ਬੰਦੇ ਤੁਹਾਡੀਆਂ ਫਸਲਾਂ ਖਰੀਦਣਗੇ। ਜੇ ਤੁਸੀਂ ਪ੍ਰਾਈਵੇਟ ਹੱਥਾਂ ਦੇ ਵਿੱਚ ਵਿਕਦੇ ਜੇ ਤਾਂ ਤੁਸੀਂ ਆਪਦੀ ਮੰਡੀਕਰਨ ਸਿਸਟਮ ਖਤਮ ਕਰ ਲਓਗੇ, ਕਿਉਂਕਿ ਜਿਹੜਾ ਮੰਡੀਕਰਨ ਸਿਸਟਮ ਹੈ ਤੁਹਾਡੇ ਸਿਰ ਤੇ ਹੀ ਆ। ਜੇ ਤੁਸੀਂ ਮੰਡੀਕਰਨ ਸਿਸਟਮ ਖਤਮ ਕਰ ਦਿੱਤਾ ਤਾਂ ਤੁਸੀਂ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਮੋਦੀ ਸਰਕਾਰ ਦੇ ਹੱਥਾਂ ਦੇ ਗੁਲਾਮ ਹੋ ਕੇ ਰਹਿ ਜਾਓਗੇ, ਕਿਉਂਕਿ ਜੇ ਤੁਹਾਡਾ ਮੰਡੀਕਰਨ ਖਤਮ ਹੁੰਦਾ ਹੈ ਤਾਂ ਬਿਹਾਰ ਸਰਕਾਰ ਨੇ 2006 ਦੇ ਵਿੱਚ ਬਿਹਾਰ ਦੇ ਵਿੱਚ ਹੋਇਆ। ਅੱਜ ਤੁਸੀਂ ਖੁਦ ਵੇਖ ਸਕਦੇ ਜੇ ਕਿ ਉੱਥੇ ਫਸਲਾਂ ਦੇ ਰੇਟ ਕੀ ਨੇ। ਉੱਥੇ ਜਿਹੜੇ ਦਿਹਾੜੀਦਾਰ ਨੇ ਉਹ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਆਉਂਦੇ ਨੇ, ਚਲੋ ਉਹ ਤਾਂ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਆ ਜਾਂਦੇ ਨੇ, ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕੱਲ ਨੂੰ ਮਜ਼ਦੂਰੀ ਕਰਨ ਕਿੱਥੇ ਜਾਣਗੇ? ਇਹਨਾਂ ਗੱਲਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜੇ ਤੁਸੀਂ ਇਹ ਗੱਲਾਂ ਨੂੰ ਹਮੇਸ਼ਾ ਯਾਦ ਰੱਖੋਗੇ। ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਕਿ ਇਹ ਸੰਘਰਸ਼ ਇੱਕ ਦਿਨ ਨਹੀਂ ਚੱਲਣਾ, ਇਹ ਸੰਘਰਸ਼ ਲੰਮਾ ਚੱਲੇਗਾ, ਬਹੁਤ ਲੰਮਾ ਚੱਲੇਗਾ ਸੰਘਰਸ਼। ਐਵੇਂ ਸਰਕਾਰਾਂ ਨਹੀਂ ਮੰਨਣ ਵਾਲੀਆਂ, ਤੁਹਾਨੂੰ ਇਹਨਾਂ ਦੀ ਸੰਗੀ ਦੇ ਉੱਤੇ ਹੱਥ ਰੱਖ ਕੇ ਤੁਹਾਨੂੰ ਆਪਦਾ ਸੰਘਰਸ਼ ਨੂੰ ਮਨਾਉਣਾ ਪਏਗਾ। ਤੇ ਇਹਨਾਂ ਬਿੱਲਾਂ ਨੂੰ, ਕਿਉਂਕਿ ਕਈ ਆਗੂ ਅੱਗੇ ਲੱਗੇ ਹੋਏ ਨੇ, ਉਹਨਾਂ ਆਗੂਆਂ ਨੂੰ ਅੱਗੇ ਲਾਇਆ ਹੋਇਆ ਹੈ, ਪਰ ਉਹਨਾਂ ਆਗੂਆਂ ਦਾ ਅੱਗੇ ਲਾਉਣ ਦਾ ਮਤਲਬ ਇਹ ਆ ਕਿ ਇਹਨਾਂ ਆਰਡੀਨੈਂਸਾਂ ਨੂੰ ਬਿਲਕੁਲ ਖਤਮ ਕੀਤਾ ਜਾਵੇ, ਨਾ ਕਿ ਇਹਨਾਂ ਦੇ ਵਿੱਚ ਕੋਈ ਸੋਧ ਕੀਤੀ ਜਾਵੇ, ਕਿਉਂਕਿ ਜੇ ਇਹਨਾਂ ਦੇ ਵਿੱਚ ਸੋਧ ਵੀ ਹੁੰਦੀ ਏ ਤਾਂ ਉਹ ਸਰਕਾਰਾਂ ਆਪਦਾ ਪੱਖ ਰੱਖ ਕੇ ਹੀ ਸੋਧ ਕਰਨਗੀਆਂ। ਇਹਨਾਂ ਕਰਕੇ ਮੈਂ ਇਹ ਗੁਜ਼ਾਰਿਸ਼ ਕਰਦਾ ਕਿ ਕਦੀ ਵੀ ਇਹਨਾਂ ਆਰਡੀਨੈਂਸਾਂ ਦੇ ਨਾਲ ਸਾਡਾ ਕੋਈ ਵਿਚਾਰਕ ਨਹੀਂਗਾ। ਅਸੀਂ ਆਪਦੇ ਆਪ ਨੂੰ ਇਹਨਾਂ ਆਰਡੀਨੈਂਸਾਂ ਦੇ ਬਿਲਕੁਲ ਖਿਲਾਫ ਕਹਿੰਦੇ ਆ। ਸਾਰੇ ਕਿਸਾਨ ਭਾਈਚਾਰਾ, ਮਜ਼ਦੂਰ ਭਾਈਚਾਰਾ, ਦੁਕਾਨਦਾਰ ਭਾਈਚਾਰਾ, ਸਾਰੇ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਦੇ ਆ ਤੇ ਮੋਦੀ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਕਿ ਇਹਨਾਂ ਆਰਡੀਨੈਂਸਾਂ ਨੂੰ ਬਿਲਕੁਲ ਖਤਮ ਕੀਤਾ ਜਾਵੇ। ਧੰਨਵਾਦ। मैं कामरेड रमेश वडेरा, जमहूरी किसान सभा, मीत प्रधान फाजिलका। जो आर्ਡੀਨੈਂਸ ਅੱਜ ਸੈਂਟਰ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਥੋਪੇ ਗਏ, ਇਹਦੇ ਬਾਰੇ ਹਰੇਕ ਪੰਜਾਬੀ, ਹੁਣ ਹਰੇਕ ਕਿਸਾਨ, ਹਰੇਕ ਪੰਜਾਬ ਦਾ ਨਾਗਰਿਕ ਬੜੀ ਬਾਤ ਜਾਣੂ ਹੈ। ਪਰ ਇਹਦੇ ਪਿੱਛੇ ਕੁਝ ਸਿੱਟੇ ਇਹ ਜਿਹੇ ਹੈ ਕਿ ਹਰੇਕ ਹੀ ਜੇ ਵਿਦੇਸ਼ੀ ਲੁਟੇਰੇ ਵੀ ਆਉਂਦੇ ਨੇ ਤੇ ਉਹ ਪੰਜਾਬ ਤੇ ਅੱਖ ਰੱਖਦੇ ਨੇ। ਜੇ ਕੋਈ ਸਰਹੱਦ ਤੇ ਤਣਾਅ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸਹਿਣ ਕੀਤਾ ਜਾਂਦਾ ਹੈ। ਜੇ ਕੋਈ ਦਰਿਆਵਾਂ 'ਚ ਪਾਣੀ ਆਉਂਦਾ ਹੈ ਤੇ ਤਾਂ ਪੰਜਾਬ ਦੇ ਲੋਕ ਸਾਰੇ ਹੀ ਸਹਿਣ, ਇਹ ਨਹੀਂ ਕਿ ਇਕੱਲੇ ਕਿਸਾਨ, ਸਾਰੇ ਸਹਿਣ ਕੀਤਾ ਜਾਂਦਾ ਹੈ। ਹੁਣ ਵੀ ਜਿਹੜੀ ਸਾਡੀ ਸੈਂਟਰ ਗੌਰਮੈਂਟ ਭਾਰਤ ਸਰਕਾਰ ਦੀ ਹੈ, ਇਹਨਾਂ ਦੀ ਅੱਖ ਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਸਿਰਫ ਪੰਜਾਬ ਤੇ ਹੈ। ਕਿਉਂ ਇੱਥੋਂ ਦੀ ਤਰਬੂਜ ਖੇਤੀ, ਵਧੀਆ ਖੇਤੀ, ਇਮਾਨਦਾਰ ਲੋਕ, ਮਿਹਨਤਕਸ਼ ਲੋਕ, ਕੁਛ ਲੋਕ ਸਾਡੇ ਅੱਜ ਨਾ
ਰੁਜ਼ਗਾਰ ਮਿਲਣ ਕਰਕੇ ਸਾਡੇ ਬੱਚੇ ਪੰਜਾਬ ਤੋਂ ਬਾਹਰ ਜਾ ਰਹੇ ਨੇ ਤੇ ਕੁਝ ਲੋਕਾਂ ਨੂੰ ਇਸ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਪਹਿਲਾਂ ਹੀ ਸਾਡੇ ਪੰਜਾਬ ਦੇ ਲੋਕ ਨਾ ਰੁਜ਼ਗਾਰ ਮਿਲਣ ਕਰਕੇ ਕੁਝ ਲੋਕ ਗਲਤ ਦਿਸ਼ਾ ਵੱਲ ਜਾ ਰਹੇ ਨੇ। ਇਸ ਤੋਂ ਪਹਿਲੇ ਵੀ ਸਾਡੇ ਪੰਜਾਬ 'ਚ ਦੁਖਾਂਤ ਵਾਪਰਿਆ, ਸਾਡੇ ਸਾਰੇ ਪੰਜਾਬੀਆਂ ਨੇ ਉਸ ਨੂੰ ਆਪਣੇ ਪਿੰਡ 'ਤੇ ਬਿਤਾਇਆ। ਹੁਣ ਵੀ ਸਰਕਾਰ ਇਹ ਚਾਹੁੰਦੀ ਹੈ, ਇੱਕ ਪੰਜਾਬ ਦੇ ਲੋਕ ਇਨਕਲਾਬੀ ਹੈ ਕਿ ਜਿਹੜੇ ਕਿ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਨੇ। ਸਾਡੀ ਸਰਕਾਰ ਨਾਲ ਜੇ ਟਾਕਰਾ ਲੈਣਗੇ ਤੇ ਪੰਜਾਬ ਦੇ ਲੋਕ ਹੀ ਲੈਣਗੇ। ਇਸ ਵਾਸਤੇ ਮੋਦੀ ਸਰਕਾਰ ਨੇ ਜਿਹੜੇ 3 ਆਰਡੀਨੈਂਸ ਲਿਆਂਦੇ, ਇਹ ਸਿਰਫ ਤੇ ਸਿਰਫ ਕਿ ਇਕੱਲੇ ਕਿਸਾਨਾਂ ਨੂੰ ਨਹੀਂ, ਪੂਰੇ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਲਿਆਂਦੇ ਗਏ। ਤੇ ਅਸੀਂ ਸਾਰੇ ਕਿਸਾਨਾਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਇਹ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਕਿ ਇਹ ਜੋ ਮਿਸ਼ਨ ਅਸੀਂ ਮਿੱਥਿਆ ਹੈ, ਇਹਦੇ ਵਿੱਚ ਸਾਰੇ ਅਸੀਂ ਇਕੱਠਿਆਂ ਹੋ ਕੇ ਤੇ ਅਸੀਂ ਕਾਮਯਾਬ ਹੋਈਏ ਤੇ ਇਹ ਸਰਕਾਰ ਨੂੰ ਦੱਸ ਦਈਏ ਕਿ ਵਾਕਿਆ ਹੀ ਪੰਜਾਬ ਜਿਹਦੇ ਨਾਲ ਧੱਕਾ ਕੀਤਾ ਗਿਆ ਹੈ, ਉਹ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਇਹ ਜਿਹੜਾ ਅੰਦੋਲਨ ਚੱਲ ਰਿਹਾ, ਤੁਸੀਂ ਵੀ ਅੱਜ ਤੇ ਸ਼ਾਮਿਲ ਹੋਣਾ ਹੈ। ਅੰਦੋਲਨ ਚੱਲ ਰਿਹਾ ਜੀ, ਇਹ ਸਰਾਸਰ ਜਿਹੜਾ ਹੈਗਾ ਜ਼ਿਮੀਂਦਾਰ ਘਰਾਣੇ ਵਾਸਤੇ ਔਰ ਜਿਹੜਾ ਵਪਾਰ ਵਰਗ ਆ ਉਹਦੇ ਵਾਸਤੇ ਬਹੁਤ ਮਾੜਾ ਹੈਗਾ ਜੀ। ਔਰ ਸਰਕਾਰਾਂ ਜਿਹੜੀਆਂ ਕਾਨੂੰਨ ਬਣਾਉਂਦੀਆਂ, ਕਾਨੂੰਨ ਦੇ ਨਾਲ ਨਾਲ ਜਿਹੜਾ ਵੀ ਕੋਈ ਆਰਡੀਨੈਂਸ ਜਿਹੜੇ ਪਾਸ ਕੀਤੇ ਬਿੱਲ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ। ਕਿਉਂਕਿ ਜੇਕਰ ਇਸ ਨੂੰ ਲਾਗੂ ਸਰਕਾਰ ਨੇ ਕੀਤਾ ਸੀਗਾ ਤਾਂ ਇਹਦੇ ਵਿੱਚ ਪਹਿਲਾਂ ਉਹਨਾਂ ਦਾ ਪੱਖ ਰੱਖਣਾ ਜ਼ਰੂਰੀ ਸੀਗਾ ਵੀ ਇਹ ਜਿਹੜਾ ਹੈਗਾ ਕਿਸਾਨ ਵੀਰਾਂ ਵਾਸਤੇ ਕਿੱਥੋਂ ਤੱਕ ਸੀਮਤ ਹੈਗਾ। ਤਾਂ ਇਹਦੇ 'ਚ ਕਿਸਾਨ ਵੀਰਾਂ ਨੂੰ ਕੀ ਫਾਇਦਾ ਮਿਲੂਗਾ? ਫਾਇਦਾ ਤਾਂ ਦੱਸਿਆ ਨਹੀਂਗਾ। ਇਹਨਾਂ ਨੇ ਇੱਕ ਕੋਵਿਡ-19 ਦੇ ਆਧਾਰ ਦੇ ਅੰਦਰ ਕਰਕੇ ਸਾਰੇ ਜਿਹੜੇ ਹੈਗੇ ਆ ਇਹ ਮਤਾ ਪਾ ਕੇ ਇਹਨਾਂ ਨੂੰ ਲਾਗੂ ਕਰਤਾ। ਉਹੀ ਜਿਹੜੇ ਸਰਕਾਰ ਨੇ ਜਿਹੜੇ ਅੱਜ ਤੋਂ ਪਹਿਲਾਂ ਪ੍ਰਚਾਰ ਕਰ ਰਹੀ ਸੀਗੀ ਕੋਵਿਡ-19 ਚੱਲ ਰਿਹਾ, ਤਾਂ ਅੱਜ ਤੁਸੀਂ ਦੇਖੋ ਕੱਲ ਉਹਨਾਂ ਨੇ ਨਾਲ ਦੀ ਨਾਲ ਖਤਮ ਕਿੱਥੋਂ ਕਰਤਾ। ਇੰਨੀ ਜਲਦੀ ਖਤਮ ਹੋਣ ਦਾ ਕੋਈ ਚਾਂਸ ਸੀਗਾ? ਜੇਕਰ ਸਰਕਾਰ ਦੀ ਇਹ ਨੀਤੀ ਪਹਿਲਾਂ ਆਪਦੇ ਪਹਿਲ ਦੇ ਆਧਾਰ ਤੇ ਬਣਾਈ ਗਈ ਸੀਗੀ ਵੀ ਕੋਵਿਡ-19 ਦਾ ਫਾਇਦਾ ਲੈ ਕੇ ਕਿਸਾਨਾਂ ਨੂੰ ਮਾਰੂ ਨੀਤੀ 'ਚ ਲਿਆਉਂਦਾ ਜੀ, ਤਾਂ ਸਾਡਾ ਸਾਰੇ ਜ਼ਿਮੀਂਦਾਰ ਭਰਾਵਾਂ ਦਾ ਸੰਘਰਸ਼ ਜਿਹੜਾ ਹੈਗਾ ਇਹ ਲਾਗੂ ਰਹੂਗਾ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ 31 ਜਥੇਬੰਦੀਆਂ ਨੇ ਰਲ ਕੇ ਜ਼ਿਮੀਂਦਾਰ ਭਰਾਵਾਂ ਦੇ ਨਾਲ ਸਹਿਯੋਗ ਮੰਗਿਆ ਔਰ ਸਾਰਿਆਂ ਨੇ ਸਾਂਝਾ ਪਹਿਲ ਦੇ ਆਧਾਰ ਤੇ ਅਸੀਂ ਵੀ ਸੁਚੇਤ ਕਰਦੇ ਹਾਂ ਕਿ ਜਿੰਨੇ ਵੀ ਦੁਕਾਨਦਾਰ ਭਰਾ ਹੈਗੇ ਆ ਉਹ ਵੀ ਸਾਡੇ ਨਾਲ ਸੁਚੇਤ ਹੋ ਕੇ ਆ ਰਹੇ ਆ। ਦੁਕਾਨਦਾਰ ਆ ਰਿਹਾ, ਹਰ ਤਰ੍ਹਾਂ ਦਾ ਵਰਗ ਆ ਰਿਹਾ, ਮਜ਼ਦੂਰ ਆ ਰਹੇ ਆ, ਲੇਡੀ ਜਿਹੜੀਆਂ ਹੈਗੀਆਂ ਉਹ ਆ ਰਹੇ ਆ। ਜਿੰਨੋਂ ਵੀ ਜਿੱਥੋਂ ਤੱਕ ਦਾ ਜਿਹੜਾ ਪੰਜਾਬੀ ਨੂੰ ਸਮੂਲਿਤ ਕਰਦੇ ਸੀਗੇ ਸਾਰਿਆਂ ਨੇ ਸਾਥ ਦਿੱਤਾ ਕਿ ਇਸ ਜਿਹੜਾ ਮੰਨ ਲਓ ਜਿਹੜੇ ਬਿੱਲ ਪਾਸ ਕੀਤੇ ਹੋਏ ਆ ਇਹਨਾਂ ਨੂੰ ਰੱਦ ਕਰਾ ਕੇ ਹੀ ਰਹਿਣਗੇ। ਤਾਂ ਖੁਸ਼ਹਾਲ ਕਿਵੇਂ ਹੋਊਗਾ ਦੇਸ਼? ਜਿਹੜਾ ਕਿਸਾਨ ਆ ਨਾ ਜੀ, ਕਿਸਾਨ ਇੱਕ ਅੰਨਦਾਤਾ ਹੈਗਾ ਜਿਹੜਾ ਕਿ ਅੰਨ ਨੂੰ ਬਣਾਉਣ ਵਾਸਤੇ ਔਰ ਹਰ ਤਰ੍ਹਾਂ ਦੀ ਦਿਨ ਰਾਤ ਮਿਹਨਤ ਕਰਦਾ, ਦਿਨ ਰਾਤ ਦੀ ਖੋਜ ਕਰਦਾ ਹੈ। ਧੁੱਪ, ਹਵਾ, ਛਾਂ, ਮੀਂਹ, ਹਨੇਰੀ ਕਿਸੇ ਵੀ ਟਾਈਮ 'ਚ ਕਿਸੇ ਨੂੰ ਦੇਖਦਾ ਨਹੀਂ ਆ। ਆਪਣੀ ਫਸਲ ਨੂੰ ਬਚਾਉਣ ਵਾਸਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਹੈਗੇ ਆ ਖਾਣ ਵਾਲੇ ਜਿਹੜੇ ਜੀਵ ਹੈਗੇ ਆ ਉਹਨਾਂ ਤੱਕ ਅੰਨ ਬਚਾਉਣ ਦੀ ਵਿਧੀ ਅਪਣਾਉਂਦਾ ਹੈ। ਤਾਂ ਜੇਕਰ ਆਪਣੇ ਦੇਸ਼ ਦੇ ਵਿੱਚ ਜੇਕਰ ਆਮ ਜਿਹੜਾ ਉਪਜਾਊ ਨੂੰ ਬਣਾਉਣ ਵਾਲਾ ਹੀ ਨਹੀਂ ਰਹੂਗਾ ਤਾਂ ਉਹ ਕਿੱਥੋਂ ਹੋਊਗਾ? ਜਿਹੜੀ ਉਪਜ ਹੈਗੀ ਆ ਉਹ ਆਪਣੇ ਕਿਸਾਨਾਂ ਨੇ ਹੀ ਕਰਨੀ ਹੈ। ਜੇਕਰ ਸਰਕਾਰਾਂ ਆਪਦੇ ਦੇ ਕੋਲੇ ਆਪ ਨੂੰ ਤਾਂ ਫਸਲ ਨੂੰ ਲੈਣਗੀਆਂ ਤਾਂ ਆਪਦੇ ਹੱਥ ਵਿੱਚ ਲੈਂਦੀਆਂ ਤਾਂ ਆਪਾਂ ਨੂੰ ਜਿਹੜੀਆਂ ਹੈਗੀਆਂ ਮਹਿੰਗੇ ਭਾਅ 'ਚ ਦੇਣਗੀਆਂ। ਤੁਸੀਂ ਇੱਕ ਦੇਖੋ, ਇੱਕ ਰੇਹੜੀ ਵਾਲਾ ਹੈਗਾ ਤਾਂ ਰੇਹੜੀ ਵਾਲੇ ਕੋਲੇ ਆਪਾਂ ਸਬਜ਼ੀ ਲੈਣ ਜਾਂਦੇ ਆ ਤਾਂ ਮਨ ਦੇ ਵਿੱਚ ਆਉਂਦਾ ਵਿਚਾਰ ਆਉਂਦਾ ਯਾਰ ਫਲਾਨਾ ਜਿਹੜਾ ਹੈਗਾ 10 ਰੁਪਏ ਕਿਲੋ ਦੀ ਬਜਾਏ 8 ਰੁਪਏ ਕਿਲੋ ਦੇ ਰਿਹਾ, ਤਾਂ ਆਪਾਂ 8 ਰੁਪਏ ਕਿਲੋ ਵਾਲੇ ਕੋਲ ਨਹੀਂ ਭਜਦੇ ਆ। ਤਾਂ 10 ਰੁਪਏ ਕਿਲੋ ਵਾਲਾ ਸਾਰਾ ਦਿਨ ਮਿਹਨਤ ਕਰ ਕੇ ਸਾਰਾ ਦਿਨ ਖੜਾ ਰਹਿ ਜਾਂਦਾ। ਇਸੇ ਤਰ੍ਹਾਂ ਸਾਡੀ ਕਿਸਾਨੀ ਨਾਲ ਹੋਣਾ ਕਿ ਸਾਡੀ ਜਿਹੜੀ ਫਸਲ ਦਾ ਜਿਹੜਾ ਰੇਟ ਹੈਗਾ ਸਾਨੂੰ ਵਾਜਬ ਨਹੀਂ ਮਿਲਣਾ। ਆਉਣ ਵਾਲੇ ਟਾਈਮ ਤੇ ਇੱਕ ਪਹਿਲ ਦੇ ਆਧਾਰ ਤੇ ਤੁਸੀਂ ਇਹ ਦੇਖੋ, ਜਦੋਂ ਆਪਣੇ ਕੋਲ ਜੀਓ ਦੀਆਂ ਸਿਮਾਂ ਆਈਆਂ ਸੀਗੀਆਂ, ਹਰੇਕ ਨੂੰ ਨੈਟਵਰਕ ਦਿੱਤਾ, ਹਰੇਕ ਨੂੰ ਫ੍ਰੀ ਦਿੱਤੀ ਔਰ ਉਹਨਾਂ ਨੇ ਹੌਲੀ ਕਰਕੇ ਜੀਓ ਦੀ ਸਿਮ ਨੂੰ ਬੰਦ ਕਰਕੇ 5G ਕਰ ਲਿਆ, ਕੁਝ ਵੀ ਕਰ ਲਿਆ। ਤਾਂ ਅੱਜ ਤੁਸੀਂ ਦੇਖੋ ਭਾਵੇਂ ਸ਼ਹਿਰ ਦੇ ਵਿੱਚ ਲੋਕਲ ਬੈਠਾ ਤਾਂ ਉੱਥੇ ਜਿਹੜੀ ਹੈ ਜੀਓ ਦੀ ਸਪੀਡ ਨਹੀਂ ਹੈਗੀ। ਜਿਹੜੀਆਂ ਦੂਸਰੀਆਂ ਕੰਪਨੀਆਂ ਹੈਗੀਆਂ ਆਪਣੀਆਂ BSNL ਚੱਲਦੀ ਸੀ, ਏਅਰਟੈਲ ਚੱਲਦੀ ਸੀ, ਆਈਡੀਆ ਚੱਲਦੀ ਸੀਗੀ, ਉਹਨਾਂ ਨੂੰ ਸਭ ਤੋਂ ਮਾਤ ਦੇਤੀ ਆ। ਇਹ ਜਿਹੜੀ ਹੈਗੀ ਆ ਇਸੇ ਤਰ੍ਹਾਂ ਹੀ ਸਾਡੀ ਕਿਸਾਨੀ ਨਾਲ ਹੋਣੀ ਆ। ਹੌਲੀ ਸਾਨੂੰ ਗੁੰਮਰਾਹ ਕਰਕੇ ਸਾਨੂੰ ਇਹਦੇ ਵਿੱਚੋਂ ਕੱਢ ਦਿੱਤਾ ਜਾਊਗਾ। ਤਾਂ ਜਿਹੜਾ ਅੱਜ ਦਾ ਜਿਹੜਾ ਯੁੱਗ ਹੈਗਾ ਤੁਸੀਂ ਦੇਖੋ, ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈਗੇ ਆ ਉਹ ਸਾਰੇ ਦੇ ਸਾਰੇ ਬਾਹਰ ਜਾ ਰਹੇ ਆ। ਇਸ ਕਰਕੇ ਜਾ ਰਹੇ ਆ ਕੰਮ ਦੀ ਵਜ੍ਹਾ ਕਰਕੇ। ਅਗਲਾ ਕਹਿੰਦਾ ਵੀ ਅਸੀਂ ਪੜ੍ਹਾਈ ਕੀਤੀ ਆ। ਸਰਕਾਰ ਨੇ ਜੇਕਰ ਬਿੱਲ ਹੀ ਲਾਗੂ ਕਰਨੇ ਸੀਗੇ ਤਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ।
ਨੌਕਰੀ ਦਿੰਦੀ ਪਹਿਲ ਦੇ ਆਧਾਰ ਤੇ, ਸਾਰੇ ਕਰਨ ਨੂੰ ਤਿਆਰ ਸੀਗੇ। ਕੰਟਰੈਕਟਰ ਉੱਤੇ ਜਿਹੜੀ ਕੰਮ ਕਰਦੀ ਹੈ, ਕੋਈ ਵੀ ਮੁਲਾਜ਼ਮ ਰੱਖਣਾ ਕੰਟਰੈਕਟਰ ਉੱਤੇ ਰੱਖਦੀ ਹੈ, ਠੇਕੇ ਤੇ ਰੱਖਦੀ ਹੈ। ਕਿਉਂ ਰੱਖਦੀ ਹੈ? ਸਰਕਾਰ ਪੈਸਾ ਦੇਵੇ ਉਹਨਾਂ ਨੂੰ, ਪੱਕੇ ਰੱਖੇ। ਤਾਂ ਸਾਡਾ ਕਹਿਣ ਦਾ ਮਕਸਦ ਹੈ ਵੀ ਜਿਹੜੇ ਬਿੱਲ ਪਾਸ ਕੀਤੇ ਆ ਇਹ ਸਾਰੇ ਖਾਰਜ ਕੀਤੇ ਜਾਣ। बंद होगी और पंजाब सबसे पहले बर्बाद होने वाले स्टेट में नाम लिखा जाएगा। पंजाब राजनीतिक पार्टियों की ओर से किसान हिमायती के लिए जो साथ देने के लिए ये संघर्ष किया जा रहा है, क्या किस नजरिए? नहीं ठीक है, उनका धन्यवाद है कि वे लोग भी साथ दे रहे हैं। उनको पता है ना कि आप वोट मांगने तो वहीं जाओगे किसानों के लिए। आज दुख दर्द है किसान का, तो आज उनकी मदद के लिए आ रहे हैं, तो धन्यवाद है उनका। जो भी पार्टी मदद करेगी उनका सबका हम धन्यवाद करेंगे। जो भी इस विचारधारा से जुड़ के किसानों के साथ में रहेगा उसका धन्यवाद है। एक बीजेपी की तरफ से किसानों से बातचीत के लिए कमेटी बनाई गई है, गठन किया गया, कोई बातचीत हुई आपसे उनकी? आज बात हुई, जो 8 लोगों की एक कमेटी बनी, तो उनके जो चेयरमैन थे वो मिलने आए थे। उनको हमने पूरा अपना दस्तावेज उनको दिए हैं और हमने अपना पक्ष रखा है और ये भी कहा है कि आप किसानों से सबसे बात करो और भारत सरकार से इनकी बात करो। किस बात पर सहमति बनेगी अगर ये दोनों पक्षों की? देखो, दोनों पक्षों की सहमति तो बहुत सी चीजें हैं इसमें। एक तो क्लोज ये है कि जो एमएसपी है उसको इनको कंपलसरी उसमें क्लोज में डालना पड़ेगा। दूसरा ये है कि स्टॉक कितना रहेगा। तीसरा ये है कि जो लोग खरीद करेंगे उनकी क्या गारंटी होगी, ये भी इनको देना पड़ेगा। भाई खरीद करने आ गया, लोगों का मैं बहका लिया और वो 5 करोड़ का माल खरीद कर चंपत हो गया, उसको कहाँ ढूंढते फिरेंगे? उसकी श्योरिटी हो, कौन आदमी है, उसको कौन लाइसेंस देगा? ऐसा थोड़ा कि पैन कार्ड धारा कोई भी आदमी आकर खरीद कर लगा, क्या वो नगद में खरीद कर रहा? जो सरकार का रेट है उससे नीचे पे बोली नहीं लगेगी। ये कानून बन जाए, आओ तो संशोधन तो करो ना। भारतीय किसान यूनियन लखोवाल की तरफ से एक रिट पिटीशन दायर की गई थी सुप्रीम कोर्ट में, तो वो किस नजरिए से जो बाकी जत्थेबंदियां वो नाराजगी दिखा रही हैं? वो हो गया है वापसी, उन लोगों को पता नहीं चला होगा, क्योंकि ये गोपनीय वो होता है कि कोई और लोग सरकार के लोग रिट ना डलवा दें और कह दें कि हमने किसानों की तरफ से डाल दी। वो कुछ किसानों की सहमति उसमें बनी थी और वो रिट डाल ली थी। अभी सबको पता चल गया है, रिट वापसी ले ली और जैसे पूरी जत्थेबंदी चाहेगी ऐसे सबकी सहमति से वो डाला जाएगा। जी ਅੱਜ ਦੀ ਵਿਜ਼ਿਟ ਦਾ ਜਿਹੜਾ ਮੁੱਖ ਕਾਰਨ ਸੀਗਾ ਤੁਹਾਡਾ ਧਰਨੇ ਦੀ ਸ਼ਮੂਲੀਅਤ ਕੀਤੀ ਗਈ ਹੈ ਜੀ, ਕਿੱਦਾਂ ਦਾ ਲੱਗਿਆ ਜੀ ਜੋਸ਼ ਕਿਸਾਨਾਂ ਦਾ ਜੀ? ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਧਰਨਿਆਂ ਦੇ ਵਿੱਚ ਜਾਣ। ਪਹਿਲਾਂ ਧਰਨਾ ਸਾਡਾ ਮਲੋਟ ਸੀ, ਅੱਜ ਦੂਜਾ ਤੇ ਤੀਜਾ ਅਸੀਂ ਜਾ ਰਹੇ ਹਾਂ, ਫਿਰੋਜ਼ਪੁਰ ਜਾ ਰਹੇ ਹਾਂ। ਰੋਜ਼ 2-3 ਧਰਨੇ। ਕੱਲ ਸਾਡਾ ਜਿਹੜਾ ਕੱਟ ਸੀ ਹਰਿਆਣੇ ਦੇ ਵਿੱਚ ਬਹੁਤ ਵੱਡਾ ਕੱਟ ਸੀ। ਇਸ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਕਿਸਾਨ ਜਾਗ ਗਿਆ, ਸਾਰੇ ਲੋਕ ਸੜਕਾਂ 'ਤੇ ਆ ਗਏ, ਪਟੜੀਆਂ 'ਤੇ ਬੈਠੇ ਹਾਂ, ਬੱਚਿਆਂ ਤੋਂ ਬੁੱਢਿਆਂ ਤੱਕ ਸਭ ਕੁਝ ਅਸੀਂ ਆ ਗਏ ਹਾਂ। ਪੂਰਨ ਤੌਰ 'ਤੇ ਅਸੀਂ ਇਹ ਤਿੰਨੇ ਆਰਡੀਨੈਂਸ ਖਤਮ ਕਰਾ ਕੇ ਸਾਹ ਲਵਾਂਗੇ ਤੇ ਇਹ ਵਾਪਸ ਕਰਾ ਕੇ ਸਾਹ ਲਵਾਂਗੇ ਜਿਹੜੇ ਬਿੱਲ ਬਣ ਗਏ ਨੇ, ਕਿਉਂਕਿ ਸਾਨੂੰ ਪੁੱਛਿਆ ਨਹੀਂ ਗਿਆ, ਕਿਸਾਨਾਂ ਦੀ ਰਾਏ ਨਹੀਂ ਲਈ ਗਈ, ਸਾਨੂੰ ਸੱਦਿਆ ਨਹੀਂ ਗਿਆ। ਇਹ ਬਿਲਕੁਲ ਗਲਤ ਨੇ। ਕਾਰਪੋਰੇਟ ਘਰਾਣਿਆਂ ਨੂੰ ਇਹਦੇ 'ਚ ਫਾਇਦਾ ਪਹੁੰਚਾਉਣ ਲਈ ਇਹ ਆਰਡੀਨੈਂਸ ਕੀਤੇ ਗਏ ਨੇ ਤੇ ਉਹ ਅਸੀਂ ਬੰਦ ਕਰਵਾ ਦੇਵਾਂਗੇ। ਅਸੀਂ ਇਹੀ ਕਹਿੰਦੇ ਹਾਂ ਤੇ ਇਹੀ ਅਸੀਂ ਬੇਨਤੀ ਵੀ ਕਰਦੇ ਹਾਂ ਕਿਸਾਨਾਂ ਨੂੰ, ਬੱਚਿਆਂ ਨੂੰ ਵੀ ਤੁਸੀਂ ਹੋਸ਼ ਨਾਲ ਕੰਮ ਲਿਓ। ਲੰਮੀ ਲੜਾਈ ਹੋ ਸਕਦੀ ਆ, ਕੋਈ ਆਪਾਂ ਹੋਸ਼ ਸਾਂਭ ਕੇ ਕੰਮ ਲੈਣਾ, ਕਿਸੇ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਜਿਵੇਂ ਮਾਲਾਂ ਮੂਹਰੇ ਵੀ ਬੈਠੇ ਹਾਂ, ਕਿਤੇ ਪੰਪਾਂ ਦੇ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਇਹਦੇ ਨਾਲ ਆਪਣਾ ਨੁਕਸਾਨ ਹੋ ਸਕਦਾ। ਇਹੀ ਅਸੀਂ ਬੇਨਤੀ। ਇਹ ਪੰਜਾਬ ਦੇ ਅੰਦਰ 31 ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ ਤੇ ਉਹਦੇ ਬਾਵਜੂਦ ਜਿਹੜਾ ਤੁਹਾਡੇ ਇਕੱਲੇ ਵੱਲੋਂ ਜਿਹੜਾ ਹੈਗਾ ਰਿਟ ਪਟੀਸ਼ਨ ਇੱਕ ਦਾਇਰ ਕਰ ਦਿੱਤੀ ਗਈ ਸੁਪਰੀਮ ਕੋਰਟ ਦੇ ਅੰਦਰ। ਹਾਂ, ਅਸੀਂ ਕੀਤੀ ਸੀ। ਸਾਡੇ ਤੇ ਸਾਰੇ ਕਿਸਾਨ ਜਿੱਥੇ ਬਾਹਰਲੀਆਂ ਜਿਹੜੀਆਂ ਫੋਰਨ ਸਾਡੇ ਲੋਕ ਬੈਠੇ ਉਹਨਾਂ ਵੱਲੋਂ ਪ੍ਰੈਸ਼ਰ ਸੀ। ਇੱਕ ਸਾਨੂੰ ਵਕੀਲਾਂ ਦਾ ਵੱਡਾ ਗਠਨ ਉਹਨਾਂ ਨੇ ਕਰਾ ਕੇ ਦਿੱਤਾ ਸੀ ਵੀ ਤੁਸੀਂ ਇਹ ਰਿਟ ਡਾਲੋ, ਕਿਉਂਕਿ ਸਾਨੂੰ ਇਹ ਲੱਗਦਾ ਸੀ ਕੋਈ ਆਮ ਬੰਦਾ ਨਾ ਡਾਲ ਦੇਵੇ ਵੀ ਸਾਡਾ ਇਹ ਨੁਕਸਾਨ ਹੋ ਜਾਵੇ। ਜਿਵੇਂ ਅੱਗੇ ਨਹਿਰ ਦੇ ਵਿੱਚ ਜਾਂ ਹੋਰ ਚੀਜ਼ਾਂ 'ਚ
ਛੋਟੀਆਂ ਰਿਟਾਂ ਕਿਸਾਨ ਸਰਕਾਰ ਨੇ ਡਾਲੀਆਂ ਤੇ ਉਹਨਾਂ ਦੀ ਪੈਰਵਾਈ ਨਹੀਂ ਹੋਈ। ਉਹ ਸਾਡੀ ਸਮਝ 'ਚ ਸੀਗੀਆਂ ਵੀ ਉਹ ਅਸੀਂ ਵੱਡੇ ਵਕੀਲਾਂ ਨਾਲ ਇਹ ਰਿਟ ਪਾ ਦਈਏ, ਉਹ ਅਸੀਂ ਪਾਤੀ ਸੀ, ਪਰ ਕੁਝ ਕਿਸਾਨ ਜਥੇਬੰਦੀਆਂ ਨਾਰਾਜ਼ ਹੋ ਗਈਆਂ, ਉਹ ਅਸੀਂ ਅੱਜ ਵਾਪਸ ਲੈ ਲਿਆ, ਉਹਨਾਂ ਦੀ ਰਾਏ ਦੇ ਨਾਲ ਦੁਬਾਰਾ ਡਾਲ ਦਾਂਗੇ। ਲੱਗਦਾ ਹੈ ਕਿ ਰਿਟ ਪਟੀਸ਼ਨ ਦਾਇਰ ਕਰਨ ਨਾਲ ਜਿਹੜਾ ਸੰਘਰਸ਼ ਕਮਜ਼ੋਰ ਪੈਣਾ ਸੀ? ਨਹੀਂ, ਕੋਈ ਕਮਜ਼ੋਰ ਨਹੀਂ ਸੀ ਪੈਣਾ, ਸੰਘਰਸ਼ ਹੋਵੇਂ ਚੱਲੂਗਾ, ਕੋਈ ਗੱਲ ਨਹੀਂ, ਅਸੀਂ ਫਿਰ ਕਰ ਲਾਂਗੇ, ਕਿਉਂਕਿ ਕਾਨੂੰਨੀ ਪ੍ਰਕਿਰਿਆ ਜੋ ਵੀ ਸਾਨੂੰ ਲੰਘਣਾ ਪੈਣਾ, ਫਿਰ ਅਸੀਂ ਦੁਬਾਰਾ ਕਰ ਲਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਮਤਲਬ ਕਿ ਹੁਣ ਉਹ ਰਿਟ ਪਟੀਸ਼ਨ ਵਾਪਸ ਲੈ ਲਈ ਗਈ ਹੈ? ਅੱਜ ਵਾਪਸ ਅਸੀਂ ਲੈ ਲਈ ਗਈ ਆ, ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਸਾਈਨ ਕਰਾ ਕੇ ਸੀਗਾ, ਸਾਰੇ ਵੀ ਇਹਦੇ ਵਿੱਚ ਆ ਜਾਓ, ਜੋ ਕੁਝ ਹੋਰ ਸਹੂਲਤ ਕਰਨੀ ਉਹਨੂੰ ਦੁਬਾਰਾ ਡਾਲ ਦਿੰਦੇ। ਇੱਕ ਕਮੇਟੀ ਵੱਲੋਂ ਜਿਹੜੀ ਭਾਜਪਾ ਵੱਲੋਂ ਕਮੇਟੀ ਬਣਾਈ ਗਈ ਸੀਗੀ, ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਨਾਲ ਜਿਹੜੀ ਗੱਲਬਾਤ ਜਾਰੀ ਹੈ ਤੇ ਜਲਦੀ ਜਿਹੜਾ ਇਹਦਾ ਹੱਲ ਨਿਕਲੇਗਾ। ਕੀ ਲੱਗਦਾ ਕਿ ਤੁਹਾਡੀ ਗੱਲਬਾਤ ਹੋਈ ਹੈ ਜੀ? ਹਾਂ, ਸਾਡੇ ਨਾਲ ਵੀ ਗੱਲਬਾਤ ਹੁੰਦੀ ਆ, ਸੀਗਾ ਵੀ PM ਲੈਵਲ ਤੇ ਗੱਲ ਕਰਾਓ, ਅਸੀਂ ਐਵੇਂ ਮਿਨਿਸਟਰਾਂ ਜਾਂ ਛੋਟੇ ਲੈਵਲ ਤੇ ਕਮੇਟੀਆਂ ਨਾਲ ਗੱਲਬਾਤ ਨਹੀਂ ਕਰਨੀ, ਕਿਉਂਕਿ ਇਹ ਮੁੱਕਰ ਜਾਂਦੇ, ਇਹਨਾਂ ਦਾ ਕੋਈ ਭਰੋਸਾ ਨਹੀਂ। ਲਿਖਤੀ ਗੱਲ ਕਰਨੀ ਆ ਤੇ ਲਿਖਤੀ ਜਿਹੜਾ ਇੱਕ ਕਾਨੂੰਨ ਇਹਨੂੰ ਵਾਪਸ ਕਰਾਉਣ ਵਾਲਾ ਕਾਨੂੰਨ ਬਣਾਓ, ਉਹਦੇ ਲਈ ਅਸੀਂ ਗੱਲਬਾਤ। ਅਕਾਲੀ ਭਾਜਪਾ ਤੇ ਕਾਂਗਰਸ ਦੇ ਜਿਹੜੇ ਸਿਆਸੀ ਪ੍ਰਦਰਸ਼ਨ ਨੇ ਜਿਹੜੇ ਕਿਸਾਨਾਂ ਦੇ ਹਿੱਤਾਂ ਲਈ, ਤੇ ਕੀ ਲੱਗਦਾ ਕਿ ਇੱਕ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੇ ਨੇ? ਤੇ ਉਹ ਆਪਦੇ ਲੈਵਲ ਤੇ ਉਹਨਾਂ ਨੇ ਆਪਦੀਆਂ ਵੋਟਾਂ ਪੱਕੀਆਂ ਕਰਨੀਆਂ, ਜੇ ਉਹ ਸੰਘਰਸ਼ ਨਹੀਂ ਕਰਨਗੇ ਤਾਂ ਲੋਕ ਉਹਨਾਂ ਨੂੰ ਵੋਟ ਕਿਵੇਂ ਪਾਉਣਗੇ? ਉਹ ਆਪਦਾ ਕੰਮ ਕਰੀ ਜਾਂਦੇ, ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ। ਅਸੀਂ ਇੱਥੇ ਲੀਡਰਾਂ ਨੂੰ ਬੋਲਣ ਨਹੀਂ ਦਿੰਦੇ, ਸ਼ਮੂਲੀਅਤ ਕਰ ਸਕਦਾ, ਸਾਡੇ 'ਚ ਬੈਠ ਸਕਦਾ, ਪਰ ਉਹ ਸਟੇਜ ਸਾਂਝੀ ਨਹੀਂ ਕਰ ਸਕਦਾ, ਇਹ ਸਾਡਾ ਫੈਸਲਾ ਹੋਇਆ। ਇੱਕ ਪ੍ਰਧਾਨ ਜੀ, ਪੰਜਾਬ ਦੇ ਕਿਸਾਨਾਂ, ਸਰਹੱਦੀ ਕਿਸਾਨਾਂ ਦੀ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਵੇਖਣ ਨੂੰ ਆ ਰਹੀ ਹੈ ਕਿ ਜਿਹੜੇ ਪਾਕਿਸਤਾਨ ਦੇ ਜੰਗਲੀ ਜਾਨਵਰ ਨੇ ਉਹ ਜਿਹੜੇ ਫਸਲਾਂ ਨੂੰ ਬਰਬਾਦ ਕਰ ਰਹੇ ਨੇ, ਇਸ ਨੂੰ ਲੈ ਕੇ ਜਿਹੜੇ ਡਾਢੇ ਪਰੇਸ਼ਾਨ ਨੇ। ਕੀ ਲੱਗਦਾ ਹੈ ਕਿ ਕਿਸਾਨ ਯੂਨੀਅਨ ਇਸ ਮਸਲੇ ਨੂੰ ਕਿਸ ਤਰ੍ਹਾਂ ਵੇਖਦੀ ਹੈ ਔਰ ਕਿੱਦਾਂ ਹੱਲ ਕਰਾਵੇਗੀ? ਕਿਉਂਕਿ ਨਾ ਅਸੀਂ ਪਿੱਛੇ ਵੀ ਪੰਜਾਬ ਸਰਕਾਰ ਤੋਂ ਕਰਾਤਾ ਸੀ, ਜਿਹੜੇ ਸੂਰ ਨੇ ਉਹਨਾਂ ਨੂੰ ਤੁਸੀਂ ਮਾਰ ਸਕਦੇ ਹੋ, ਨੀਲਗਾਂ ਜਿਹੜੀ ਰੋਜ਼ ਆ ਉਹ ਤੁਸੀਂ SDM ਤੋਂ ਪਰਮਿਟ ਲੈ ਕੇ ਉਹਨਾਂ ਨੂੰ ਤੁਸੀਂ ਸ਼ਿਕਾਰ ਕਰ ਸਕਦੇ ਹੋ, ਮਾਰ ਸਕਦੇ ਹੋ, ਇਹ ਪਰਮਿਟ ਲਿਆ ਹੋਇਆ, ਇਹੀ ਹੱਲ ਆ। ਹੋਰ ਆਪਾਂ ਸ਼ਿਕਾਰ ਕੋਈ ਫੜ ਕੇ ਇਹਨੂੰ ਕਿਤੇ ਰੱਖ ਨਹੀਂ ਸਕਦਾ ਹੈਗਾ। ਅਵਾਰਾ ਡੰਗਰਾਂ ਦਾ ਵੱਡਾ ਮਸਲਾ ਪੰਜਾਬ ਦੇ ਵਿੱਚ, ਉਹ ਅਸੀਂ ਸਰਕਾਰ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਛੱਡੇ ਸੀ ਇਹਨਾਂ ਦੇ ਦਫ਼ਤਰਾਂ 'ਚ, ਫਿਰ CM ਨੂੰ ਵੀ ਸੌਂਪ ਕੇ ਆਏ ਸੀ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਇਹ ਸਰਕਾਰ ਇਹਨਾਂ ਨੂੰ ਸਾਂਭੇ, ਜਾਂ ਇਹਨਾਂ ਨੂੰ ਕਿਤੇ ਭੇਜੇ, ਜਾਂ ਗਊਸ਼ਾਲਾ ਦਾ ਜਿਵੇਂ ਵੀ ਪ੍ਰਬੰਧ ਕਰਨਾ, ਇਹਨਾਂ ਦਾ ਪ੍ਰਬੰਧ ਸਰਕਾਰ ਕਰੇ। ਨਹੀਂ, ਕੌਮਾਂਤਰੀ ਸਰਹੱਦ ਹੋਣ ਦੇ ਨਾਤੇ ਜਿਹੜਾ BSF ਜਿਹੜੀ ਹੈ ਕਿਸਾਨਾਂ ਨੂੰ ਰੋਕਦੀ ਹੈ, ਉਧਰੋਂ ਜਿਹੜੇ ਸੂਰ, ਪਾਕਿਸਤਾਨ ਦੇ ਸੂਰ ਜਾਂ ਜੰਗਲੀ ਜਾਨਵਰ ਨੇ, ਉਹਨਾਂ ਨੂੰ ਠੱਲ ਨਹੀਂ ਪੈ ਸਕਦੀ। ਜਿਹੜੇ ਕਿਸਾਨ ਜਿਹੜੇ ਪਰਮਿਸ਼ਨ ਇਹ ਮੰਗਦੇ ਨੇ ਕਿ ਜਿਹੜੀ ਜਾਲੀਦਾਰ ਬਣਾਉਣ ਦਾ ਜਿਹੜਾ ਕੀਤਾ ਜਾਵੇ, ਤੇ ਤੁਹਾਡੇ ਵੱਲੋਂ ਕੀ ਰਹੇਗਾ ਜੀ ਕਿਸਾਨਾਂ ਦੇ ਹੱਕ 'ਚ? ਹਾਂ, ਅਸੀਂ ਵੀ ਕਹਿੰਦੇ ਆ ਵੀ ਉਹਨਾਂ ਦੇ ਥੱਲੇ ਜਿਹੜੀ 5-5 6-6 ਫੁੱਟ ਜਾਲੀ ਲੱਗ ਜਾਵੇ, ਜਿਹੜਾ ਜਾਨਵਰ ਵੀ ਆਮ ਨਾ ਟੱਪਿਆ ਜਾ ਸਕੇ, ਇਹ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ।